ਮੈਂ ਆਪਣੀ ਗਰੀਬੀ ਤੋਂ ਤੰਗ ਆ ਚੁੱਕੀ ਸੀ। 14 ਸਾਲ ਦੀ ਉਮਰ ਤੋਂ ਲੈ ਕੇ ਮੈਂ ਅਮੀਰ ਲੋਕਾਂ ਦੇ ਘਰੇ ਕੰਮ ਕਰਕੇ ਹੁਣ ਤੱਕ ਥੱਕ ਚੁੱਕੀ ਸੀ। ਹੁਣ ਤਾਂ ਮੇਰੀ ਉਮਰ 50 ਸਾਲ ਦੀ ਹੋ ਗਈ ਸੀ ਤੇ ਮੇਰੀਆਂ ਬੇਟੀਆਂ ਵੀ ਜਵਾਨ ਹੋ ਗਈਆਂ ਸੀ। ਹਰ ਸਮੇਂ ਸੋਚਦੀ ਕਿ ਉਹਨਾਂ ਦੀ ਕਿਸਮਤ ਵੀ ਮੇਰੇ ਤਰ੍ਹਾਂ ਹੋਵੇਗੀ ਕਿ ਇਹ ਸਾਰੀ ਜ਼ਿੰਦਗੀ ਅਮੀਰ ਲੋਕਾਂ ਦੀ ਗੁਲਾਮੀ ਕਰਦੇ ਕਰਦੇ ਕੱਢ ਦੇਣਗੀਆਂ। ਪਰ ਮੈਂ ਅਜਿਹਾ ਹਰਗਿਜ਼ ਨਹੀਂ ਚਾਹੁੰਦੀ ਸੀ। ਮੇਰੇ ਮਾਤਾ ਪਿਤਾ ਨੇ ਤਾਂ ਮੇਰੇ ਲਈ ਕੁਝ ਵੀ ਨਹੀਂ ਕੀਤਾ ਸੀ, ਪਰ ਮੈਂ ਆਪਣੀਆਂ ਬੇਟੀਆਂ ਦੀ ਕਿਸਮਤ ਖੁਦ ਬਣਾਉਣਾ ਚਾਹੁੰਦੀ ਸੀ। ਮੈਂ ਅੱਜ ਆਪਣੇ ਮਾਲਕ ਦੇ ਘਰ ਦੀ ਫਰਿੱਜ ਸਾਫ਼ ਕਰ ਰਹੀ ਸੀ ਤਾਂ ਉਸ ਵਿੱਚੋਂ ਗਲਿਆ ਸੜਿਆ ਖਾਣਾ ਕੱਢਦੇ ਹੋਏ ਮੇਰੇ ਦਿਲ ਨੂੰ ਬੜੀ ਤਕਲੀਫ ਹੋਈ। ਇਹ ਖਾਣਾ ਤਾਂ ਫਰਿੱਜ ਵਿੱਚ ਪਏ ਪਏ ਗਲ ਗਿਆ ਸੀ ਤੇ ਹੁਣ ਕੂੜੇਦਾਨ ਦੀ ਸ਼ੋਭਾ ਵਧਾਉਣ ਵਾਲਾ ਸੀ, ਤੇ ਜੇ ਇਹ ਖਾਣਾ ਇਸ ਘਰ ਦੇ ਨੌਕਰਾਂ ਨੂੰ ਦੇ ਦਿੱਤਾ ਜਾਂਦਾ ਤਾਂ ਘੱਟ ਤੋਂ ਘੱਟ ਕਿਸੇ ਦਾ ਪੇਟ ਤਾਂ ਭਰ ਜਾਂਦਾ। ਪਰ ਇਹ ਫਰਿੱਜ ਵਿੱਚ ਖਾਣੇ ਨੂੰ ਸਾੜ ਤਾਂ ਦਿੱਤਾ ਸੀ, ਪਰ ਨੌਕਰਾਂ ਨੂੰ ਨਹੀਂ ਦਿੱਤਾ ਸੀ। ਇਹ ਸਭ ਮੈਂ ਗੁੱਸੇ ਵਿੱਚ ਸੋਚ ਰਹੀ ਸੀ ਕਿ ਮੈਨੂੰ ਆਪਣੇ ਮਾਲਕ ਤੋਂ ਬਹੁਤ ਜ਼ਿਆਦਾ ਨਫ਼ਰਤ ਸੀ। ਨਾ ਜਾਣੇ ਨਫ਼ਰਤ ਜ਼ਿਆਦਾ ਸੀ ਜਾਂ ਫਿਰ ਮੈਨੂੰ ਜਲਨ ਸੀ। ਮੈਂ ਅਕਸਰ ਹੀ ਸੋਚਿਆ ਕਰਦੀ ਸੀ ਕਿ ਇਹਨਾਂ ਵਿੱਚ ਅਜਿਹੀ ਕਿਹੜੀ ਗੱਲ ਆ ਕਿ ਜੋ ਰੱਬ ਨੇ ਇਹਨਾਂ ਨੂੰ ਛੱਪਰ ਪਾੜ ਕੇ ਦੇ ਰੱਖਿਆ। ਮੈਂ ਆਪਣੀ ਮਾਲਕਣ ਨੂੰ ਜਦੋਂ ਜਦੋਂ ਦੇਖਦੀ ਉਹ ਸਾਡੇ ਉੱਤੇ ਹੁਕਮ ਚਲਾ ਰਹੀ ਹੁੰਦੀ। ਕਦੇ ਕਦੇ ਮੈਂ ਆਪਣੇ ਖਿਆਲਾਂ ਵਿੱਚ ਉਸ ਨੂੰ ਨੌਕਰਾਣੀ ਬਣਾ ਲੈਂਦੀ ਸੀ, ਉਸ ਘਰ ਦੇ ਸਾਰੇ ਕੰਮ ਕਰਵਾਇਆ ਕਰਦੀ ਸੀ ਤੇ ਅਜਿਹਾ ਕਰਕੇ ਮੇਰੇ ਦਿਲ ਨੂੰ ਬੜਾ ਹੀ ਸਕੂਨ ਮਿਲਦਾ ਸੀ। ਮੇਰੀ ਇੱਛਾ ਹੁੰਦੀ ਸੀ ਕਿ ਸ਼ਰੇਸ ਵਰਗੇ ਨਿਕੰਮੇ ਇਨਸਾਨ ਨਾਲ ਮੇਰਾ ਵਿਆਹ ਨਾ ਹੋਇਆ ਹੁੰਦਾ। ਕਾਸ਼ ਮੇਰਾ ਵਿਆਹ ਬੰਗਲੇ ਦੇ ਮਾਲਕ ਨਾਲ ਹੋ ਜਾਂਦਾ ਤਾਂ ਮੈਂ ਤੇ ਮੇਰੀਆਂ ਬੇਟੀਆਂ ਵੀ ਇਸ ਬੰਗਲੇ ਦੀਆਂ ਮਾਲਕਣ ਹੁੰਦੀਆਂ। ਮੈਂ ਕੰਮ ਤੋਂ ਫ੍ਰੀ ਹੋਈ ਹੀ ਸੀ ਕਿ ਉਦੋਂ ਹੀ ਮਾਲਕਣ ਰੌਲਾ ਮਚਾਉਂਦੇ ਹੋਏ ਰਸੋਈ ਵਿੱਚ ਦਾਖਲ ਹੋਈ ਤੇ ਕਹਿਣ ਲੱਗੀ, ਤੁਸੀਂ ਸਾਰੀਆਂ ਜਲਦੀ ਜਲਦੀ ਆਪਣਾ ਕੰਮ ਖਤਮ ਕਰੋ ਤੇ ਮੇਰੇ ਕੋਲ ਆਓ। ਪਰ ਅੱਜ ਖਾਸ ਮਹਿਮਾਨ ਆਉਣ ਵਾਲੇ ਹਨ, ਇਸ ਲਈ ਕੁਝ ਜ਼ਰੂਰੀ ਇੰਤਜ਼ਾਮ ਕਰਨਾ ਹੈ। ਆਪਣਾ ਹੁਕਮ ਸੁਣਾ ਕੇ ਉਹ ਚਲੀ ਗਈ, ਜਦ ਕਿ ਮੇਰੇ ਨਾਲ ਵਾਲੀਆਂ ਨੌਕਰਾਣੀਆਂ ਬੜੀ ਤੇਜ਼ੀ ਨਾਲ ਹੱਥ ਚਲਾਉਣ ਲੱਗੀਆਂ। ਇਹ ਸਭ ਮਾਲਕਣ ਨੂੰ ਖੁਸ਼ ਕਰਨ ਦੇ ਲਈ ਕਰ ਰਹੀਆਂ ਸੀ। ਮੈਂ ਜਦੋਂ ਇਹ ਸਭ ਦੇਖਦੀ ਤਾਂ ਮੈਨੂੰ ਹੋਰ ਵੀ ਜ਼ਿਆਦਾ ਗੁੱਸਾ ਆਉਣ ਲੱਗਦਾ। ਖੈਰ ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਬਿਜੀ ਰਿਹਾ ਸੀ। ਮਾਲਕਣ ਨੇ ਵੱਖ-ਵੱਖ ਤਰ੍ਹਾਂ ਦੇ ਖਾਣੇ ਬਣਵਾਏ ਸੀ। ਮੈਂ ਇਹ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਆਖਿਰ ਅੱਜ ਨਾ ਜਾਣੇ ਘਰ ਵਿੱਚ ਕਿੰਨੇ ਕੁ ਮਹਿਮਾਨ ਆਉਣ ਵਾਲੇ ਹਨ। ਪਰ ਅਸਲ ਝਟਕਾ ਤਾਂ ਮੈਨੂੰ ਉਦੋਂ ਲੱਗਿਆ ਜਦੋਂ ਘਰ ਵਿੱਚ ਸਿਰਫ 3 ਹੀ ਮਹਿਮਾਨ ਆਏ ਸੀ। ਇੰਨਾ ਸਾਰਾ ਖਾਣਾ ਸਿਰਫ 3 ਲੋਕਾਂ ਲਈ। ਜੇ ਇੰਨਾ ਖਾਣਾ ਸਾਡੇ ਘਰ ਵਿੱਚ ਬਣਦਾ ਤਾਂ ਗਰੀਬ ਦੀ ਬੇਟੀ ਦਾ ਵਿਆਹ ਹੋ ਜਾਂਦਾ। ਬਾਅਦ ਵਿੱਚ ਮਾਲਕਣ ਨੇ ਸਾਨੂੰ ਗੱਲ ਦੱਸੀ ਕਿ ਮੇਰੀ ਬੇਟੀ ਨਿਸ਼ਾ ਦੇ ਲਈ ਬਹੁਤ ਹੀ ਉੱਚੇ ਖਾਨਦਾਨ ਵਿੱਚੋਂ ਰਿਸ਼ਤਾ ਆਇਆ ਹੈ ਤੇ ਇਹ ਸਾਰੇ ਇੰਤਜ਼ਾਮ ਉਸ ਲਈ ਹੀ ਕੀਤੇ ਗਏ ਹਨ। ਮੈਨੂੰ ਨਿਸ਼ਾ ਦੀ ਕਿਸਮਤ ਤੇ ਜਲਨ ਹੋਣ ਲੱਗੀ ਸੀ। ਕਿਹੋ ਜਿਹੀ ਕਿਸਮਤ ਲਿਖੀ ਸੀ ਰੱਬ ਨੇ ਇਹਨਾਂ ਦੀ। ਨਿਸ਼ਾ ਇੰਨੇ ਵਧੀਆ ਘਰ ਵਿੱਚ ਪੈਦਾ ਹੋਈ ਤੇ ਉਸ ਤੋਂ ਬਾਅਦ ਕਿੰਨੇ ਵਧੀਆ ਘਰ ਵਿੱਚ ਉਸਨੇ ਵਿਆਹ ਕੇ ਜਾਣਾ ਸੀ। ਮਾਲਕਣ ਦੀ ਬੇਟੀ ਨਿਸ਼ਾ ਇੰਨੀ ਖੂਬਸੂਰਤ ਨਹੀਂ ਸੀ, ਬਸ ਇਹ ਸੀ ਕਿ ਉਸ ਵਿੱਚ ਨਖਰਾ ਬਹੁਤ ਜ਼ਿਆਦਾ ਸੀ ਤੇ ਮਾਲਕ ਦੀ ਉਸ ਵਿੱਚ ਜਾਨ ਵਸਦੀ ਸੀ। ਆਪਣੀ ਬੇਟੀ ਵਿੱਚ ਦੋਨੋਂ ਪਤੀ ਪਤਨੀ ਉਸ ਉੱਤੇ ਆਪਣੀ ਸਾਰੀ ਧਨ ਦੌਲਤ ਨਿਸ਼ਾਵਰ ਕਰਨ ਨੂੰ ਤਿਆਰ ਰਹਿੰਦੇ ਸੀ। ਬਸ ਇਸ ਵਜ੍ਹਾ ਨਾਲ ਹੀ ਉਹ ਖੁਦ ਨੂੰ ਪਰੀ ਸਮਝਣ ਲੱਗੀ ਸੀ। ਘਰ ਜਾ ਕੇ ਵੀ ਮੈਂ ਸਾਰਾ ਦਿਨ ਬੁਝੀ ਰਹੀ, ਕਿਉਂਕਿ ਜੇ ਮੈਂ ਆਪਣੀਆਂ ਬੇਟੀਆਂ ਨੂੰ ਦੇਖਦੀ ਤਾਂ ਉਹ ਨਿਸ਼ਾ ਤੋਂ ਕਿਤੇ ਜ਼ਿਆਦਾ ਖੂਬਸੂਰਤ ਸੀ ਤੇ ਮੇਰੀਆਂ 3 ਬੇਟੀਆਂ ਸੀ ਤੇ ਅਰਾਧਿਆ ਸਭ ਤੋਂ ਛੋਟੀ ਸੀ। ਮੈਂ ਚਾਹੁੰਦੀ ਸੀ ਕਿ ਮੇਰੀ ਅਰਾਧਿਆ ਦਾ ਵਿਆਹ ਵੀ ਇੰਨੇ ਵੱਡੇ ਘਰ ਵਿੱਚ ਹੋਵੇ ਤੇ ਸਾਡੀ ਸਾਰਿਆਂ ਦੀ ਕਿਸਮਤ ਬਦਲ ਜਾਵੇਗੀ। ਮੈਂ ਰੱਬ ਅੱਗੇ ਪ੍ਰਾਰਥਨਾ ਕਰਨ ਲੱਗੀ ਕਿ ਮੈਂ ਇਸ ਇਰਾਦੇ ਵਿੱਚ ਕਾਮਯਾਬ ਹੋ ਜਾਵਾਂ। ਮੈਂ ਸਵੇਰ ਜਦੋਂ ਕੰਮ 'ਤੇ ਗਈ ਤਾਂ ਪਤਾ ਚੱਲਿਆ ਪਰਸੋਂ ਨਿਸ਼ਾ ਦਾ ਵਿਆਹ ਹੈ। ਪਰ ਹੈਰਾਨੀ ਇਸ ਗੱਲ ਦੀ ਸੀ ਕਿ ਉਹ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਜਿਸ ਲੜਕੀ ਨੂੰ ਆਪਣੇ ਮਾਤਾ ਪਿਤਾ ਦੇ ਘਰੋਂ ਹੀ ਸਭ ਕੁਝ ਮਿਲ ਰਿਹਾ ਹੋਵੇ, ਫਿਰ ਉਸਨੇ ਵਿਆਹ ਕਰਾ ਕੇ ਸਹੁਰੇ ਘਰ ਜਾ ਕੇ ਕੀ ਕਰਨਾ। ਖੈਰ ਮੈਂ ਨਿਸ਼ਾ ਦੇ ਕਮਰੇ ਵਿੱਚ ਗਈ ਤੇ ਉਸ ਨੂੰ ਕਿਹਾ ਕਿ ਮੈਡਮ ਜੀ, ਮੇਰੀ ਛੋਟੀ ਬੇਟੀ ਦੀ ਬੜੀ ਇੱਛਾ ਉਹ ਤੇਰੇ ਵਿਆਹ ਵਿੱਚ ਆਵੇ। ਤੁਸੀਂ ਤਾਂ ਜਾਣਦੇ ਹੋ ਕਿ ਅਸੀਂ ਗਰੀਬ ਲੋਕ ਹਾਂ ਤੇ ਸਾਡੇ ਘਰ ਖਾਣਾ ਪੀਣਾ ਬੜੀ ਮੁਸ਼ਕਲ ਨਾਲ ਚੱਲਦਾ। ਫਿਰ ਅਸੀਂ ਕੱਪੜੇ ਵਗੈਰਾ ਦਾ ਤਾਂ ਸੋਚ ਵੀ ਨਹੀਂ ਸਕਦੇ। ਹੋ ਸਕੇ ਤਾਂ ਤੁਸੀਂ ਆਪਣਾ ਪੁਰਾਣਾ ਸੂਟ ਕੱਢ ਕੇ ਮੇਰੀ ਬੇਟੀ ਨੂੰ ਦੇ ਦੇਵੋ। ਨਿਸ਼ਾ ਹਮੇਸ਼ਾ ਹੀ ਮੇਰੀਆਂ ਬੇਟੀਆਂ ਦੇ ਲਈ ਕੱਪੜੇ ਦਿਆ ਕਰਦੀ ਸੀ। ਅੱਜ ਵੀ ਉਹ ਉੱਠੀ ਤੇ ਆਪਣੀ ਅਲਮਾਰੀ ਵਿੱਚੋਂ ਬਹੁਤ ਸਾਰੇ ਕੱਪੜੇ ਕੱਢ ਕੇ ਮੈਨੂੰ ਦੇ ਦਿੱਤੇ ਤੇ ਬੋਲੀ, ਇਹਨਾਂ ਵਿੱਚੋਂ ਇੱਕ ਡਰੈਸ ਪਹਿਨ ਕੇ ਉਹ ਮੇਰੇ ਵਿਆਹ ਵਿੱਚ ਆ ਜਾਵੇ। ਮੈਂ ਨਿਸ਼ਾ ਨੂੰ ਆਸ਼ੀਰਵਾਦ ਦਿੰਦੇ ਹੋਏ ਉੱਠ ਖੜੀ ਹੋਈ। ਮੈਂ ਇਹ ਵੀ ਜਾਣਦੀ ਸੀ
ਕਿ ਅਮੀਰ ਲੋਕਾਂ ਨੂੰ ਆਸ਼ੀਰਵਾਦ ਦੀ ਜ਼ਰੂਰਤ ਨਹੀਂ ਹੁੰਦੀ। ਖੈਰ, ਮੈਂ ਕੱਪੜੇ ਲੈ ਕੇ ਘਰੇ ਆ ਗਈ। ਮੇਰੀ ਬੇਟੀਆਂ ਬੜੀ ਖੁਸ਼ ਸੀ। ਮੈਂ ਉਹ ਸਾਰੇ ਕੱਪੜੇ ਇੱਕ ਕਰਕੇ ਤਿੰਨਾਂ ਬੇਟੀਆਂ ਵਿੱਚ ਵੰਡ ਦਿੱਤੇ। ਫਿਰ ਮੈਂ ਅਰਾਧਿਆ ਨੂੰ ਕਮਰੇ ਵਿੱਚ ਬੁਲਾ ਲਿਆ ਤੇ ਉਸ ਨੂੰ ਕਿਹਾ, ਤੂੰ ਜਾਣਦੀ ਆ ਨਾ, ਤੂੰ ਆਪਣੀਆਂ ਤਿੰਨਾਂ ਭੈਣਾਂ ਵਿੱਚੋਂ ਸਭ ਤੋਂ ਸੋਹਣੀ ਆ। ਉਹ ਮੁਸਕਰਾ ਕੇ ਬੋਲੀ, ਹਾਂ ਮੰਮੀ, ਮੈਂ ਜਾਣਦੀ ਆ। ਮੈਂ ਉਸ ਨੂੰ ਕਿਹਾ, ਅਰਾਧਿਆ, ਪਰਸੋਂ ਮੈਂ ਤੈਨੂੰ ਆਪਣੇ ਮਾਲਕ ਦੇ ਘਰੇ ਲੈ ਕੇ ਜਾਵਾਂਗੀ। ਤੂੰ ਛੋਟੇ ਛੋਟੇ ਕੱਪੜੇ ਪਾਵੀਂ, ਜਿਵੇਂ ਵੱਡੇ ਵੱਡੇ ਘਰਾਂ ਦੀਆਂ ਕੁੜੀਆਂ ਪਹਿਨਦੀਆਂ। ਤੂੰ ਖੁਦ ਨੂੰ ਕਿਸੇ ਹੀਰੋਇਨ ਦੀ ਤਰ੍ਹਾਂ ਤਿਆਰ ਕਰ ਲਵੀਂ। ਉੱਥੇ ਬਹੁਤ ਹੀ ਅਮੀਰ ਲੋਕ ਆਉਣਗੇ। ਤੂੰ ਕਿਸੇ ਲੜਕੇ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਤਾਂ ਕਿ ਤੇਰਾ ਵਿਆਹ ਵੀ ਅਮੀਰ ਲੋਕਾਂ ਵਿੱਚ ਹੋ ਜਾਵੇ ਤੇ ਫਿਰ ਆਪਣੇ ਦਿਨ ਫਿਰ ਜਾਣਗੇ। ਮੇਰੀ ਗੱਲ ਤੇ ਉਹ ਜ਼ੋਰ ਨਾਲ ਹੱਸ ਪਈ ਤੇ ਬੋਲੀ, ਮੰਮੀ, ਇਹ ਤਾਂ ਮੇਰੇ ਸੱਜੇ ਹੱਥ ਦੀ ਖੇਡ ਆ। ਤੁਸੀਂ ਨਹੀਂ ਜਾਣਦੇ ਮੈਂ ਕੀ ਚੀਜ਼ ਆ। ਉਹ ਕਹਿੰਦੇ ਹੋਏ ਕਮਰੇ 'ਚੋਂ ਬਾਹਰ ਚਲੀ ਗਈ। ਹੁਣ ਤਾਂ ਉੱਠਦੇ ਬੈਠਦੇ ਮੈਂ ਰੱਬ ਅੱਗੇ ਇਹੀ ਅਰਦਾਸ ਕਰਦੀ ਕਿ ਹੇ ਰੱਬਾ, ਮੇਰੀ ਅਰਾਧਿਆ ਦਾ ਵਿਆਹ ਕਿਸੇ ਅਮੀਰ ਘਰੇ ਲਿਖ ਦੇ ਤੇ ਸਾਨੂੰ ਵੀ ਅਮੀਰ ਕਰੋੜਪਤੀ ਬਣਾ ਦੇ। ਜਦੋਂ ਵਿਆਹ ਦਾ ਦਿਨ ਆਇਆ ਤਾਂ ਮੈਂ ਬਿਊਟੀ ਪਾਰਲਰ ਤੋਂ ਤਿਆਰ ਕਰਵਾ ਕੇ ਅਰਾਧਿਆ ਨੂੰ ਵਿਆਹ ਵਿੱਚ ਲੈ ਕੇ ਚਲੀ ਗਈ। ਮਾਲਿਕ ਦੇ ਘਰ ਵਿੱਚ ਜ਼ਿਆਦਾ ਮਹਿਮਾਨ ਨਹੀਂ ਆਏ ਸੀ। ਉਹਨਾਂ ਨੇ ਵਿਆਹ ਦਾ ਫੰਕਸ਼ਨ ਘਰੇ ਹੀ ਰੱਖਿਆ ਸੀ। ਮੈਂ ਆਪਣੀ ਬੇਟੀ ਨੂੰ ਕਹਿ ਰੱਖਿਆ ਸੀ ਕਿ ਜੋ ਵੀ ਲੜਕਾ ਤੇਰੇ ਜਾਲ ਵਿੱਚ ਫਸੇ ਉਸ ਨੂੰ ਫਸਾ ਲਵੀਂ। ਮੈਂ ਇੱਕ ਮਾਂ ਹੋ ਕੇ ਆਪਣੀ ਬੇਟੀ ਨੂੰ ਬੇਸ਼ਰਮੀ ਦਾ ਪਾਠ ਪੜ੍ਹਾ ਰਹੀ ਸੀ। ਨਾ ਜਾਣੇ ਮੈਨੂੰ ਕੀ ਹੋ ਗਿਆ ਸੀ। ਮੈਂ ਪੈਸੇ ਦੇ ਲਾਲਚ ਵਿੱਚ ਇਸ ਕਦਰ ਅੰਨੀ ਹੋ ਚੁੱਕੀ ਸੀ ਕਿ ਮੈਨੂੰ ਚੰਗੇ ਤੇ ਬੁਰਾ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਜਦੋਂ ਮਾਲਕ ਅਤੇ ਮਾਲਕਣ ਸਾਹਮਣੇ ਆਏ ਤਾਂ ਮੈਂ ਅਰਾਧਿਆ ਨੂੰ ਕਹਿਣ ਲੱਗੀ, ਮਾਲਕ ਮਾਲਕਿਨ ਦੇ ਪੈਰ ਛੂਹ, ਇਹਨਾਂ ਤੋਂ ਆਸ਼ੀਰਵਾਦ ਲਓ। ਖੁਸ਼ੀ ਦਾ ਮੌਕਾ, ਉਹ ਤੈਨੂੰ ਸ਼ਗਨ ਜ਼ਰੂਰ ਦੇਵੇਗੀ। ਅਰਾਧਿਆ ਨੇ ਬੜੀ ਹੀ ਤਮੀਜ਼ ਨਾਲ ਮਾਲਕਿਨ ਨੂੰ ਨਮਸਤੇ ਕੀਤਾ। ਮਾਲਕਣ ਤਾਂ ਮੇਰੀ ਬੇਟੀ ਨੂੰ ਇੱਕ ਨਜ਼ਰ ਦੇਖ ਕੇ ਅੱਗੇ ਵੱਧ ਗਈ। ਉਸਨੇ ਤਾਂ ਉਸਦੀ ਨਮਸਤੇ ਦਾ ਜਵਾਬ ਦੇਣਾ ਵੀ ਸਹੀ ਨਾ ਸਮਝਿਆ। ਮਾਲਕਣ ਨੇ ਮੇਰੀ ਬੇਟੀ ਨੂੰ ਬੜੀ ਹੀ ਗਹਿਰੀਆਂ ਨਜ਼ਰਾਂ ਨਾਲ ਦੇਖਿਆ ਤੇ ਉਹ ਬੋਲੇ, ਕੀ ਨਾਮ ਹੈ ਇਸ ਦਾ? ਮੈਂ ਕਿਹਾ, ਅਰਾਧਿਆ ਨਾਮ ਆ ਇਸ ਦਾ। ਮਾਲਕ ਬੋਲੇ, ਅਰਾਧਿਆ, ਤੂੰ ਜਾ ਕੇ ਫੰਕਸ਼ਨ ਦੇਖ। ਤੇਰੀ ਮਾਂ ਨਾਲ ਮੈਂ ਕੁਝ ਜ਼ਰੂਰੀ ਗੱਲ ਕਰਨੀ ਆ। ਉਹਨਾਂ ਨੇ ਵੀ ਮੇਰੀ ਬੇਟੀ ਦੇ ਹੱਥ ਉੱਤੇ 1 ਰੁਪਈਆ ਵੀ ਨਾ ਰੱਖਿਆ। ਅਰਾਧਿਆ ਉੱਥੋਂ ਚਲੀ ਗਈ ਤੇ ਮੈਂ ਵੀ ਪਿੱਛੇ ਮੁੜਨ ਲੱਗੀ ਤਾਂ ਮਾਲਕ ਬੋਲੇ, ਮੇਰੀ ਗੱਲ ਸੁਣ। ਮੈਂ ਕਿਹਾ, ਹਾਂ ਮਾਲਕ। ਤਾਂ ਉਹ ਬੋਲੇ, ਕੀ ਉਮਰ ਆ ਤੇਰੀ ਬੇਟੀ ਦੀ? ਮੈਂ ਉਸ ਨੂੰ ਅਰਾਧਿਆ ਦੀ ਉਮਰ ਦੱਸੀ ਕਿ ਇਹ ਹਾਲੇ 19 ਸਾਲ ਦੀ ਆ। ਉਹ ਕੁਝ ਪਰੇਸ਼ਾਨ ਨਜ਼ਰ ਆਉਣ ਲੱਗੇ ਤੇ ਫਿਰ ਬੋਲੇ, ਬਹੁਤ ਘੱਟ ਉਮਰ ਆ ਤੇਰੀ ਬੇਟੀ ਦੀ। ਹਾਲੇ ਤਾਂ ਉਸਦੇ ਵਿਆਹ ਦੀ ਵੀ ਉਮਰ ਨਹੀਂ ਹੋਈ। ਵਿਆਹ ਦੀ ਗੱਲ ਸੁਣ ਕੇ ਮੇਰੇ ਕੰਨ ਖੜੇ ਹੋ ਗਏ। ਮੈਂ ਕਿਹਾ, ਕੀ ਹੋਇਆ ਮਾਲਕ? ਉਸ ਲਈ ਤਾਂ ਹਾਲੇ ਰਿਸ਼ਤਾ ਵੀ ਨਹੀਂ ਆਇਆ, ਫਿਰ ਵਿਆਹ ਕਿੱਥੋਂ ਹੋਵੇਗਾ? ਮਾਲਕ ਨੇ ਆਪਣੇ ਦਿਲ ਤੇ ਹੱਥ ਰੱਖਿਆ ਤੇ ਔਖਾ ਸਾਹ ਲੈ ਕੇ ਕਿਹਾ, ਮੈਨੂੰ ਤੇਰੀ ਬੇਟੀ ਪਸੰਦ ਆ ਗਈ ਆ। ਸੱਚਮੁੱਚ ਤੇਰੀ ਬੇਟੀ ਬੜੀ ਸੁੰਦਰ ਆ। ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ। ਮੈਂ ਇੱਕਦਮ ਹੱਕਾ ਬੱਕਾ ਰਹਿ ਗਈ। ਮੈਂ ਕਿਹਾ, ਮਾਲਕ, ਤੁਸੀਂ ਇਹ ਕੀ ਕਹਿ ਰਹੇ ਹੋ? ਤੁਹਾਡੀ ਤਾਂ ਉਮਰ ਬਹੁਤ ਜ਼ਿਆਦਾ ਏ। ਤਾਂ ਮਾਲਕ ਹੱਸ ਪਿਆ ਤੇ ਉਸਨੇ ਕਿਹਾ ਕਿ ਜੇ ਤੂੰ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੇਵੇਂਗੀ ਤਾਂ ਮੈਂ ਆਪਣੀ ਅੱਧੀ ਜਾਇਦਾਦ ਉਸਦੇ ਨਾਮ ਕਰ ਦੇਵਾਂਗਾ। ਮਾਲਕ ਦੀ ਗੱਲ ਸੁਣਦੇ ਹੀ ਮੇਰੀਆਂ ਅੱਖਾਂ ਚਮਕ ਉੱਠੀਆਂ। ਮੈਂ ਕਿਹਾ, ਮਾਲਕ, ਤੁਹਾਡੀ ਪਤਨੀ ਨੂੰ ਪਤਾ ਲੱਗ ਗਿਆ ਤਾਂ ਫਿਰ ਕੀ ਹੋਵੇਗਾ? ਤਾਂ ਉਸਨੇ ਕਿਹਾ, ਉਸਨੂੰ ਮੈਂ ਆਪੇ ਸੰਭਾਲ ਲਵਾਂਗਾ। ਮੈਂ ਕਿਹਾ, ਸਾਹਿਬ ਜੀ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਹੋਵੇਗਾ। ਜੇ ਤੁਸੀਂ ਕਹੋ ਤਾਂ ਮੈਂ ਅੱਜ ਹੀ ਆਪਣੀ ਬੇਟੀ ਦਾ ਵਿਆਹ ਤੁਹਾਡੇ ਨਾਲ ਕਰਨ ਨੂੰ ਤਿਆਰ ਹਾਂ। ਮੇਰੀ ਗੱਲ ਸੁਣ ਕੇ ਮਾਲਕ ਮੁਸਕਰਾਉਣ ਲੱਗੇ ਤੇ ਇੱਕਦਮ ਬੋਲੇ, ਹਾਂ, ਤੇਰਾ ਖਿਆਲ ਤਾਂ ਬਹੁਤ ਚੰਗਾ। ਇਸ ਤਰ੍ਹਾਂ ਕਰ, ਤੂੰ ਆਪਣੀ ਬੇਟੀ ਨੂੰ ਤਿਆਰ ਕਰ। ਮੈਂ ਚੁੱਪ ਕਰਕੇ ਅੱਗੇ ਲੰਘ ਗਈ। ਮੈਨੂੰ ਇੰਨਾ ਅਮੀਰ ਲੋਕਾਂ ਦੀ ਕੋਈ ਗੱਲ ਦੀ ਸਮਝ ਨਹੀਂ ਆਉਂਦੀ ਸੀ। ਹਾਲਾਂਕਿ ਉਹਨਾਂ ਦੇ ਜੂਠੇ ਬਰਤਨ ਧੋਂਦੇ ਧੋਂਦੇ ਸਾਰੀ ਉਮਰ ਲੰਘ ਗਈ ਸੀ। ਖੈਰ, ਮੈਂ ਜਲਦੀ ਨਾਲ ਅਰਾਧਿਆ ਦੇ ਕੋਲ ਪਹੁੰਚੀ ਤੇ ਕਿਹਾ, ਇੱਥੇ ਆ, ਮੇਰੀ ਗੱਲ ਸੁਣ। ਮੈਂ ਉਸ ਨੂੰ ਇੱਕ ਕੋਨੇ ਵਿੱਚ ਲੈ ਆਈ ਤੇ ਉਸ ਨੂੰ ਕਿਹਾ ਕਿ ਆਪਾਂ ਜਿਸ ਮਕਸਦ ਨਾਲ ਇੱਥੇ ਆਈਆਂ ਸੀ ਉਹ ਪੂਰਾ ਹੋ ਚੁੱਕਿਆ। ਮੇਰੀ ਬੇਟੀ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਉਹ ਕਹਿਣ ਲੱਗੀ, ਮੰਮੀ, ਮੇਰੇ ਸਿਰ ਉੱਤੇ ਹੱਥ ਰੱਖ ਕੇ ਕਸਮ ਖਾ ਕਿ ਤੁਸੀਂ ਸੱਚ ਕਹਿ ਰਹੇ ਹੋ। ਮੈਂ ਕਿਹਾ, ਇੱਕਦਮ ਸੱਚ ਕਹਿ ਰਹੀ ਹਾਂ। ਅਰਾਧਿਆ ਨੇ ਕਿਹਾ, ਮੰਮੀ, ਦੱਸ ਕਿਹੜਾ ਲੜਕਾ ਮੇਰੇ ਲਈ ਪਸੰਦ ਕੀਤਾ? ਮੈਂ ਕਿਹਾ, ਅਰਾਧਿਆ, ਤੂੰ ਮੇਰੇ ਮਾਲਕ ਨੂੰ ਬਹੁਤ ਪਸੰਦ ਆ ਗਈ। ਉਹ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ। ਉਹ ਹੈਰਾਨ ਹੋ ਕੇ ਬੋਲੀ, ਮੰਮੀ, ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਉਸ ਬੁੱਢੇ ਨਾਲ ਵਿਆਹ ਕਰ ਲਵਾਂ? ਇਹ ਤਾਂ ਬਹੁਤ ਹੀ ਘਾਟੇ ਦਾ ਸੌਦਾ। ਮੈਨੂੰ ਤਾਂ ਇਹ ਬਿਲਕੁਲ ਵੀ ਮਨਜ਼ੂਰ ਨਹੀਂ। ਮੈਂ ਕਿਹਾ, ਕਮਲਗੇ,
ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ। ਜੇ ਤੇਰਾ ਵਿਆਹ ਕਿਸੇ ਲੜਕੇ ਨਾਲ ਹੁੰਦਾ ਤਾਂ ਸਾਰੀ ਜਾਇਦਾਦ ਤੇਰੇ ਕੋਲ ਆਉਂਦੇ ਆਉਂਦੇ ਸਾਰੀ ਉਮਰ ਲੰਘ ਜਾਣੀ। ਸੱਚ ਤਾਂ ਇਹੀ ਆ ਕਿ ਔਲਾਦ ਕੋਲ ਜ਼ਮੀਨ ਉਦੋਂ ਹੀ ਆਉਂਦੀ ਆ ਜਦੋਂ ਉਸਦੇ ਮਾਤਾ ਪਿਤਾ ਦਾ ਦੇਹਾਂਤ ਹੋ ਜਾਂਦਾ, ਪਰ ਇੱਥੇ ਤਾਂ ਤੂੰ ਸਿੱਧੇ ਸਿੱਧੇ ਹਰ ਚੀਜ਼ ਦੀ ਮਾਲਕਣ ਬਣ ਜਾਵੇਂਗੀ। ਮਾਲਕ ਨੇ ਪਹਿਲੀ ਹੀ ਨਜ਼ਰ ਵਿੱਚ ਤੈਨੂੰ ਪਸੰਦ ਕਰ ਲਿਆ। ਉਸਨੇ ਕਿਹਾ ਕਿ ਵਿਆਹ ਤੋਂ ਬਾਅਦ ਅੱਧੇ ਤੋਂ ਜ਼ਿਆਦਾ ਜਾਇਦਾਦ ਮੈਂ ਤੇਰੇ ਨਾਮ ਕਰ ਦੇਵਾਂਗਾ। ਉਸਦੇ ਹੁੰਦੇ ਹੋਏ ਤੂੰ ਐਸ਼ ਕਰੇਂਗੀ। ਜਿਸ ਦਿਨ ਉਹ ਰੱਬ ਨੂੰ ਪਿਆਰੇ ਹੋ ਜਾਣਗੇ ਤੂੰ ਆਪਣੇ ਪਸੰਦ ਦੇ ਕਿਸੇ ਮੁੰਡੇ ਨਾਲ ਵਿਆਹ ਕਰਵਾ ਲਈ। ਮੇਰੀ ਗੱਲ ਸੁਣ ਕੇ ਮੇਰੀ ਬੇਟੀ ਹੱਸ ਕੇ ਕਹਿਣ ਲੱਗੀ, ਮੰਮੀ ਤੈਨੂੰ ਪਤਾ ਮੈਂ ਤੇਰੀ ਸਾਰੀ ਔਲਾਦਾਂ ਵਿੱਚੋਂ ਪਿਆਰੀ ਕਿਉਂ ਆ? ਕਿਉਂਕਿ ਮੈਂ ਪੂਰੀ ਦੀ ਪੂਰੀ ਤੇਰੇ ਉੱਤੇ ਗਈ ਆ। ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਹੀ ਨਹੀਂ। ਆਪਣੀ ਦੋਨਾਂ ਦੀ ਸੋਚ ਬਹੁਤ ਮਿਲਦੀ ਆ। ਅਰਾਧਿਆ ਦੀ ਗੱਲ ਤੇ ਮੈਂ ਉੱਚੀ ਦੇਣੀ ਹੱਸ ਪਈ। ਮੇਰੀ ਬੇਟੀ ਵਿਆਹ ਦੇ ਲਈ ਰਾਜੀ ਹੋ ਗਈ ਸੀ। ਮੈਂ ਕਿਹਾ, ਅਰਾਧਿਆ ਅਮੀਰ ਹੋ ਕੇ ਮੈਨੂੰ ਨਾ ਭੁੱਲ ਜਾਵੀਂ, ਮੇਰਾ ਹਿੱਸਾ ਵੀ ਮੇਰੇ ਲਈ ਤਿਆਰ ਰੱਖੀ। ਉਹ ਕਹਿਣ ਲੱਗੀ, ਮੰਮੀ ਤੂੰ ਇਸ ਗੱਲ ਦੀ ਬਿਲਕੁਲ ਚਿੰਤਾ ਛੱਡ ਦੇ। ਵਿਆਹ ਦੇ ਦੂਜੇ ਦਿਨ ਹੀ ਮੈਂ ਤੈਨੂੰ ਤੇ ਆਪਣੀਆਂ ਭੈਣਾਂ ਨੂੰ ਇਸ ਬੰਗਲੇ ਵਿੱਚ ਬੁਲਾ ਲਵਾਂਗੀ। ਅਸੀਂ ਦੋਨਾਂ ਮਾਂ ਬੇਟੀ ਨੇ ਸਲਾਹ ਮਸ਼ਵਰਾ ਕਰ ਲਿਆ। ਮੈਂ ਆਪਣੀ ਮਾਲਕ ਤੱਕ ਪਹੁੰਚਾ ਦਿੱਤੀ। ਮਾਲਕ ਨੇ ਪੰਡਤ ਨੂੰ ਕਹਿ ਕੇ ਫੇਰਿਆਂ ਦੇ ਲਈ ਕਹਿ ਦਿੱਤਾ ਸੀ। ਮਾਲਕ ਨੇ ਮੈਨੂੰ ਮਹਿਮਾਨਾਂ ਦੇ ਲਈ ਜੂਸ ਲੈਣ ਲਈ ਭੇਜ ਦਿੱਤਾ। ਹੁਣ ਇਸ ਕੰਮ ਵਿੱਚ ਮੈਂ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਹੀ ਸੀ, ਕਿਉਂਕਿ ਹੁਣ ਮੈਂ ਮਾਲਕ ਦੀ ਪਤਨੀ ਦੀ ਮਾਂ ਸੀ। ਖੈਰ ਮੈਂ ਜੂਸ ਲੈ ਆਈ। ਉਦੋਂ ਤੱਕ ਵਿਆਹ ਦੀਆਂ ਸਾਰੀਆਂ ਰਸਮਾਂ ਹੋ ਚੁੱਕੀਆਂ ਸੀ। ਫਿਰ ਮਾਲਕ ਮੈਨੂੰ ਬੋਲੇ, ਤੂੰ ਹੁਣ ਆਪਣੇ ਘਰ ਜਾ। ਤੇਰੀ ਬੇਟੀ ਵਿਦਾ ਹੋ ਕੇ ਮੇਰੇ ਘਰ ਆ ਗਈ। ਤੇਰਾ ਕੰਮ ਹੁਣ ਖਤਮ ਹੋ ਗਿਆ। ਮੈਂ ਮੁਸਕਰਾ ਕੇ ਕਿਹਾ, ਤੁਹਾਡਾ ਜੋ ਹੁਕਮ। ਇਹ ਕਹਿ ਕੇ ਮੈਂ ਉੱਥੋਂ ਘਰ ਆ ਗਈ, ਜਦਕਿ ਮੇਰੇ ਬੁੱਲ੍ਹਾਂ ਉੱਤੇ ਸ਼ਾਤਰਾਨਾ ਮੁਸਕਾਨ ਆ ਗਈ ਸੀ। ਮਾਲਕ ਨੇ ਮੈਨੂੰ ਕੀ ਸਮਝ ਰੱਖਿਆ ਸੀ? ਬੇਟੀ ਦੀ ਵਿਦਾਈ ਤੋਂ ਬਾਅਦ ਮੇਰਾ ਕੰਮ ਹੀ ਖਤਮ ਹੋ ਗਿਆ ਸੀ, ਪਰ ਕੰਮ ਤਾਂ ਮੇਰਾ ਹੁਣ ਸ਼ੁਰੂ ਹੋਇਆ ਸੀ। ਮੈਂ ਮਾਲਕ ਦੀ ਪਤਨੀ ਨੂੰ ਤਲਾਕ ਵੀ ਦਿਵਾਵਾਂਗੀ ਤੇ ਇਸ ਬੰਗਲੇ ਤੇ ਖੁਦ ਮਾਲਕਣ ਬਣ ਕੇ ਹੁਕਮ ਚਲਾਵਾਂਗੀ। ਇਹ ਮੇਰੇ ਵੱਡੇ ਵੱਡੇ ਸੁਪਨੇ ਸੀ। ਖੈਰ ਮੈਂ ਵਾਪਸ ਆਈ ਤਾਂ ਮੇਰਾ ਪਤੀ ਵੀ ਕੰਮ ਤੋਂ ਆ ਚੁੱਕਿਆ ਸੀ। ਉਹ ਮੇਰੇ ਵੱਲ ਵੇਖ ਕੇ ਬੋਲਿਆ, ਰਾਧਿਆ ਕਿੱਥੇ ਆ? ਹੁਣ ਮੈਨੂੰ ਆਪਣੀ ਖੁਸ਼ੀ ਦੇ ਇਜ਼ਹਾਰ ਦਾ ਮੌਕਾ ਮਿਲਿਆ ਸੀ। ਮੈਂ ਖੁਸ਼ ਹੋ ਕੇ ਬੋਲੀ ਕਿ ਮੈਂ ਰਾਧਿਆ ਨੂੰ ਮਾਲਕਣ ਬਣਾ ਕੇ ਆਈ ਹਾਂ। ਮੇਰੀ ਗੱਲ ਸੁਣ ਕੇ ਮੇਰੇ ਪਤੀ ਦੇ ਮੱਥੇ ਤੇ ਤਿਉੜੀਆਂ ਬਣ ਚੁੱਕੀਆਂ ਸੀ। ਉਸਨੇ ਕਿਹਾ, ਕੀ ਕਿਹਾ ਤੂੰ? ਜੋ ਕੁਝ ਵੀ ਤੂੰ ਬੋਲੀ ਆ ਮੈਨੂੰ ਕੁਝ ਸਮਝ ਨਹੀਂ ਆਇਆ। ਮੈਂ ਕਿਹਾ, ਹਾਂ ਮੈਂ ਜਾਣਦੀ ਹਾਂ ਤੂੰ ਤਾਂ ਇੱਕ ਨੰਬਰ ਦਾ ਬੁੱਧੂ ਆ। ਜੇ ਬੁੱਧੂ ਨਾ ਹੁੰਦੇ ਤਾਂ ਅੱਜ ਕੁਝ ਕਰਨ ਦੇ ਕਾਬਲ ਹੁੰਦੇ। ਖੈਰ ਮੈਂ ਅਰਾਧਿਆ ਦਾ ਵਿਆਹ ਆਪਣੇ ਮਾਲਕ ਨਾਲ ਕਰਵਾ ਦਿੱਤਾ। ਮਾਲਕ ਨੇ ਵਾਅਦਾ ਕੀਤਾ ਕਿ ਉਹ ਆਪਣੀ ਅੱਧੀ ਜਾਇਦਾਦ ਅਰਾਧਿਆ ਦੇ ਨਾਮ ਕਰ ਦੇਵੇਗਾ ਤੇ ਅਰਾਧਿਆ ਨੂੰ ਮੈਸੇਜ ਭੇਜਿਆ ਕਿ ਜਲਦੀ ਜਲਦੀ ਤੁਸੀਂ ਆਪਣੇ ਸਾਰੇ ਜਾਣੇ ਕੱਪੜੇ ਪੈਕ ਕਰ ਲਵੋ। ਮੇਰਾ ਪਤੀ ਗੁੱਸੇ ਨਾਲ ਚੀਕਣ ਲੱਗਾ ਤੇ ਕਹਿਣ ਲੱਗਾ, ਤੇਰਾ ਦਿਮਾਗ ਤਾਂ ਠੀਕ ਆ? ਜਾਹਿਲ ਔਰਤ, ਤੂੰ ਪੈਸਿਆਂ ਦੇ ਚੱਕਰ 'ਚ ਮੇਰੀ ਫੁੱਲ ਵਰਗੀ ਬੱਚੀ ਦਾ ਵਿਆਹ ਉਸ ਬੁੱਢੇ ਆਦਮੀ ਨਾਲ ਕਰ ਦਿੱਤਾ। ਮੈਂ ਗੁੱਸੇ ਵਿੱਚ ਆ ਕੇ ਕਿਹਾ ਕਿ ਬੋਲਦੇ ਰਹੋ, ਤੁਸੀਂ ਤਾਂ ਬੋਲੀ ਜਾਣਾ। ਮੈਨੂੰ ਤੇਰੀ ਕੋਈ ਪਰਵਾਹ ਨਹੀਂ। ਮੈਂ ਉੱਥੋਂ ਉੱਠੀ ਤੇ ਆਪਣੀਆਂ ਬੇਟੀਆਂ ਦੇ ਕੋਲ ਆ ਗਈ। ਉਹਨਾਂ ਨੂੰ ਕਿਹਾ ਕਿ ਹੁਣ ਤੁਹਾਡੇ ਦਿਨ ਫਿਰਨ ਵਾਲੇ ਆ। ਮੇਰੀਆਂ ਤਿੰਨੋਂ ਬੇਟੀਆਂ ਮੇਰੇ ਉੱਤੇ ਗਈਆਂ ਸੀ। ਸਾਰੀਆਂ ਦੀਆਂ ਸਾਰੀਆਂ ਚਲਾਕ ਸੀ। ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਈਆਂ ਤੇ ਮੈਂ ਆਪਣੇ ਬਿਸਤਰੇ 'ਤੇ ਲੇਟ ਗਈ ਤੇ ਸੋਚਣ ਲੱਗੀ ਕਿ ਕਿਤੇ ਮੈਂ ਘਾਟੇ ਦਾ ਸੌਦਾ ਤਾਂ ਨਹੀਂ ਕਰ ਲਿਆ। ਮੈਂ ਸੋਚਿਆ ਕਿ ਮੈਨੂੰ ਮਾਲਕ ਨੂੰ ਪਹਿਲਾਂ ਕਹਿ ਦੇਣਾ ਚਾਹੀਦਾ ਸੀ ਕਿ ਮੈਨੂੰ ਵਿਆਹ ਤੋਂ ਪਹਿਲਾਂ 10 ਲੱਖ ਰੁਪਈਆ ਦੇ। ਉਹਨਾਂ ਦੇ ਕੋਲ ਤਾਂ ਇੰਨਾ ਪੈਸਾ, ਇਹ ਤਾਂ ਰਕਮ ਮਾਮੂਲੀ ਜਿਹੀ ਸੀ। ਹੇ ਰੱਬਾ, ਮੈਂ ਵਿਆਹ ਤੋਂ ਪਹਿਲਾਂ ਪੈਸੇ ਕਿਉਂ ਨਹੀਂ ਮੰਗੇ? ਇਹ ਸੋਚ ਕੇ ਮੈਂ ਪਰੇਸ਼ਾਨ ਹੋਣ ਲੱਗੀ ਸੀ। ਫਿਰ ਮੈਂ ਸੋਚਿਆ ਕਿ ਸਵੇਰੇ ਜਾ ਕੇ ਮਾਲਕ ਤੋਂ ਪੈਸੇ ਮੰਗਾਂਗੀ। ਸਾਰੀ ਰਾਤ ਮੈਨੂੰ ਸੋਹਣੇ ਸੋਹਣੇ ਸੁਪਨੇ ਆਉਂਦੇ ਰਹੇ, ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਕਿਸਮਤ ਪਲਟਣ ਵਾਲੀ ਸੀ। ਮੇਰੀ ਕਿਸਮਤ ਵਿੱਚ ਖੁਸ਼ੀਆਂ ਨਹੀਂ ਬਲਕਿ ਪਛਤਾਵਾ ਆਉਣ ਵਾਲਾ ਸੀ। ਮੇਰੀ ਜ਼ਿੰਦਗੀ ਵਿੱਚ ਅਜਿਹਾ ਨਸੂਰ ਚਿਪਕਣ ਵਾਲਾ ਸੀ ਜੋ ਮੈਨੂੰ ਸਾਰੀ ਜ਼ਿੰਦਗੀ ਦਰਦ ਦੇਣ ਵਾਲਾ ਸੀ। ਮੈਂ ਸਵੇਰੇ ਉੱਠੀ ਤੇ ਕੋਠੀ ਵੱਲ ਜਾਣ ਲੱਗੀ। ਅੱਜ ਮੇਰੇ ਨਖਰੇ ਅਤੇ ਚਾਲ ਢਾਲ ਦੇਖ ਕੇ ਸਾਰੇ ਨੌਕਰ ਹੈਰਾਨ ਹੋ ਰਹੇ ਸੀ। ਜਿਵੇਂ ਹੀ ਮੈਂ ਹਵੇਲੀ ਵਿੱਚ ਸ਼ਾਮਲ ਹੋਈ ਤਾਂ ਮੈਨੂੰ ਸੱਪ ਸੁੰਘ ਗਿਆ। ਮੈਂ ਹੱਕਾ ਬੱਕਾ ਖੜੀ ਰਹਿ ਗਈ। ਨਾਸ਼ਤੇ ਦੀ ਥੈਲੀ ਮੇਰੇ ਹੱਥ ਵਿੱਚ ਸੁੱਟ ਕੇ ਹੇਠਾਂ ਡਿੱਗ ਪਈ ਸੀ। ਮੈਂ ਥਰ-ਥਰ ਕੰਬਣ ਲੱਗੀ। ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ, ਇਸ ਲਈ ਮੈਂ ਦੀਵਾਨਿਆਂ ਦੀ ਤਰ੍ਹਾਂ ਉੱਥੋਂ ਭੱਜ ਘਰ ਆ ਕੇ ਮੰਜੇ 'ਤੇ ਬਹਿ ਕੇ ਉੱਚੀ ਉੱਚੀ ਰੋਣ ਲੱਗੀ। ਮੇਰੇ ਲਾਲਚ ਨੇ ਮੈਨੂੰ ਡੋਬ ਦਿੱਤਾ ਸੀ। ਮੈਨੂੰ ਉਹ ਦਿਨ ਯਾਦ ਆਉਣ ਲੱਗੇ ਜਦੋਂ ਮੈਂ ਜਵਾਨ ਤੇ ਸੁੰਦਰ ਸੀ। ਮੇਰੀ ਮਾਂ ਵੀ ਅਮੀਰ ਲੋਕਾਂ ਦੇ ਘਰੇ ਕੰਮ ਕਰਦੀ ਸੀ। ਮੈਨੂੰ ਮਾਲਕਣ ਨੇ ਆਪਣੀ ਬਹੂ ਬਣਾਉਣਾ ਚਾਹਿਆ ਸੀ।
ਹੋਇਆ ਕੁਝ ਇੰਜ ਸੀ ਕਿ ਮਾਲਕ ਦੇ ਘਰ ਔਲਾਦ ਨਹੀਂ ਸੀ। ਉਹਨਾਂ ਨੇ ਪਹਿਲਾਂ ਵੀ 2 ਵਿਆਹ ਕਰ ਚੁੱਕੇ ਸੀ, ਪਰ ਉਹ ਔਲਾਦ ਦੀ ਖੁਸ਼ੀ ਤੋਂ ਦੂਰ ਹੀ ਰਹੇ ਸੀ। ਇਸ ਲਈ ਉਸ ਦੀ ਮਾਂ ਨੇ ਚਾਹਿਆ ਸੀ ਕਿ ਉਹ ਉਸ ਦਾ ਵਿਆਹ ਕਰ ਦਿੱਤਾ ਜਾਵੇ, ਪਰ ਮੇਰੀ ਮਾਂ ਨੇ ਮਾਲਕ ਨੂੰ ਇਨਕਾਰ ਕਰ ਦਿੱਤਾ ਸੀ। ਕਹਿਣ ਲੱਗੀ ਸੀ ਕਿ ਮੈਂ ਪਹਿਲੇ ਤੋਂ ਵਿਆਹੇ ਹੋਏ ਆਦਮੀ ਨਾਲ ਆਪਣੀ ਬੇਟੀ ਦਾ ਵਿਆਹ ਨਹੀਂ ਕਰੂੰਗੀ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਤਾਂ ਮੈਂ ਬਹੁਤ ਰੌਲਾ ਪਾਇਆ ਤੇ ਮਾਂ ਨੂੰ ਕਿਹਾ ਕਿ ਮਾਂ, ਮੇਰਾ ਇਹ ਆਦਮੀ ਨਾਲ ਵਿਆਹ ਕਰਵਾ ਦੇਵੇ। ਪਰ ਮੇਰੀ ਮਾਂ ਨੇ ਮੇਰੀ ਇੱਕ ਨਾ ਸੁਣੀ ਤੇ ਮੇਰਾ ਵਿਆਹ ਇੱਕ ਗਰੀਬ ਸੁਰੇਸ਼ ਨਾਮ ਦੇ ਲੜਕੇ ਨਾਲ ਕਰ ਦਿੱਤਾ ਸੀ। ਉਸ ਦੇ ਨਾਲ ਵਿਆਹ ਕਰਕੇ ਮੇਰੇ ਨਸੀਬ ਵੀ ਮੇਰੀ ਮਾਂ ਵਰਗੇ ਹੀ ਹੋ ਗਏ ਸੀ। ਮੈਨੂੰ ਵੀ ਲੋਕਾਂ ਦੇ ਘਰੇ ਕੰਮ ਕਰਨ ਜਾਣਾ ਪੈਂਦਾ ਸੀ, ਮੇਰੀ ਮਾਂ ਦੀ ਤਰ੍ਹਾਂ। ਪਰ ਮੈਂ ਆਪਣੇ ਬੱਚਿਆਂ ਦੇ ਲਈ ਚੰਗਾ ਸੋਚ ਰਹੀ ਸੀ, ਪਰ ਜੋ ਹੋਇਆ ਸੀ ਉਹ ਨਹੀਂ ਹੋਣਾ ਚਾਹੀਦਾ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਹ ਹਵੇਲੀ ਦਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਦੇ ਅੱਗੇ ਘੁੰਮ ਰਿਹਾ ਸੀ। ਜਦੋਂ ਮੈਂ ਨਾਸ਼ਤੇ ਦੀ ਥੈਲੀ ਲੈ ਕੇ ਉਹਨਾਂ ਦੇ ਘਰ ਪਹੁੰਚੀ ਸੀ, ਉਦੋਂ ਤਾਂ ਮਾਲਕ ਤੇ ਮਾਲਕਣ ਅਤੇ ਉਹਨਾਂ ਦੀ ਬੇਟੀ ਨਿਸ਼ਾ ਨਾਸ਼ਤੇ ਦੇ ਟੇਬਲ ਤੇ ਬੈਠੇ ਨਾਸ਼ਤਾ ਕਰ ਰਹੇ ਸੀ। ਲੱਗ ਹੀ ਨਹੀਂ ਰਿਹਾ ਸੀ ਕਿ ਰਾਤ ਇਹਨਾਂ ਦੇ ਨਿਸ਼ਾ ਦਾ ਵਿਆਹ ਕੀਤਾ ਤੇ ਨਾਲ ਮਾਲਕ ਨੇ ਆਪਣਾ ਵੀ ਵਿਆਹ ਕੀਤਾ। ਨਿਸ਼ਾ ਤਾਂ ਘਰ ਵਾਲੇ ਕੱਪੜਿਆਂ ਵਿੱਚ ਬੈਠੀ ਨਾਸ਼ਤਾ ਕਰ ਰਹੀ ਸੀ। ਜੇ ਇਹ ਤਿੰਨੋਂ ਸਾਹਮਣੇ ਬੈਠੇ ਨਾਸ਼ਤਾ ਕਰ ਰਹੇ ਸੀ ਤਾਂ ਮੇਰੀ ਬੇਟੀ ਕਿੱਥੇ ਸੀ? ਮੈਨੂੰ ਕਿਸੇ ਅਣਹੋਣੀ ਦਾ ਅਹਿਸਾਸ ਹੋਇਆ। ਮੈਂ ਬੇਚੈਨ ਹੋ ਉੱਠੀ, ਇਸ ਲਈ ਭੱਜ ਕੇ ਘਰ ਆ ਗਈ। ਮੈਂ ਦੁਬਾਰਾ ਹਵੇਲੀ ਚਲੀ ਗਈ। ਮੈਨੂੰ ਸਾਹਮਣੇ ਹੀ ਮਾਲਕ ਦਿਖ ਪਏ। ਮੈਂ ਜਾ ਕੇ ਉਹਨਾਂ ਨੂੰ ਕਾਲਰਾਂ ਤੋਂ ਫੜ ਲਿਆ। ਉਹ ਬੋਲੇ, ਕੀ ਗੱਲ ਆ, ਤੂੰ ਹੋਸ਼ ਵਿੱਚ ਤਾਂ ਹੈਗੀ ਆ? ਤੂੰ ਜਾਣਦੀਆਂ ਕੀ ਕਰ ਰਹੀ ਆ? ਮੈਂ ਚੀਕ ਕੇ ਕਿਹਾ ਕਿ ਜੇ ਤੁਹਾਡੀ ਬੇਟੀ ਘਰੇ ਆ ਤਾਂ ਫਿਰ ਮੇਰੀ ਬੇਟੀ ਕਿੱਥੇ ਆ? ਮਾਲਕ ਨੇ ਗੁੱਸੇ ਵਿੱਚ ਮੇਰੇ ਤੋਂ ਆਪਣੇ ਕਾਲਰ ਛੁਡਵਾਏ ਤੇ ਉਸ ਦੇ ਚਿਹਰੇ ਤੇ ਮੁਸਕਾਨ ਫੈਲ ਗਈ ਸੀ। ਚੱਲ ਮੈਂ ਤੈਨੂੰ ਪੂਰੀ ਕਹਾਣੀ ਸੁਣਾਉਣਾ। ਦਰਅਸਲ ਹੋਇਆ ਇੱਦਾਂ ਕਿ ਇਸ ਦੁਨੀਆ ਵਿੱਚ ਮੇਰੀ ਬੇਟੀ ਇੱਕ ਹੀ ਨਿਸ਼ਾ। ਮੈਂ ਉਸ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਮੁਹੱਬਤ ਕਰਦਾ ਸੀ। ਇੱਕ ਦਿਨ ਮੈਂ ਬਹੁਤ ਵੱਡੀ ਸਮੱਸਿਆ 'ਚ ਫਸ ਗਿਆ। ਪਿਛਲੇ 10 ਸਾਲਾਂ ਤੋਂ ਮੈਂ ਜਿੰਨਾ ਵੀ ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਇਕੱਠਾ ਕੀਤਾ ਸੀ, ਉਹ ਮੇਰੇ ਇੱਕ ਦੋਸਤ ਨੂੰ ਪਤਾ ਲੱਗ ਗਿਆ ਤੇ ਉਹ ਮੈਨੂੰ ਧਮਕੀਆਂ ਦੇਣ ਲੱਗ ਪਿਆ ਕਿ ਜੇ ਤੂੰ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਨਾ ਕੀਤਾ ਤਾਂ ਮੈਂ ਇਹ ਸਾਰਾ ਇਕੱਠਾ ਕੀਤਾ ਪੈਸਾ ਮੀਡੀਆ 'ਚ ਦੱਸ ਦੇਵਾਂਗਾ। ਇਸ ਲਈ ਮੈਨੂੰ ਆਪਣੀ ਇਕਲੌਤੀ ਬੇਟੀ ਦੀ ਕੁਰਬਾਨੀ ਦੇਣੀ ਪਈ। ਮੈਨੂੰ ਮਜਬੂਰਨ ਆਪਣੀ ਬੇਟੀ ਦਾ ਰਿਸ਼ਤਾ ਉਸ ਨਾਲ ਤੈਅ ਕਰਨਾ ਪਿਆ ਤਾਂ ਕਿ ਉਸ ਦਾ ਮੂੰਹ ਬੰਦ ਹੋ ਜਾਵੇ। ਉਹ ਮੇਰੇ ਨਾਲੋਂ ਵੀ 5 ਸਾਲ ਵੱਡਾ ਸੀ, ਪਰ ਮੇਰੀ ਬੇਟੀ ਕਿਸੇ ਹੋਰ ਨੂੰ ਪਿਆਰ ਕਰਦੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਉਸ ਨਾਲ ਵਿਆਹ ਕਰੇ। ਕੀ ਕਰਦਾ ਮੈਂ ਆਪਣੀ ਮਿਹਨਤ ਦੀ ਕਮਾਈ ਇਸ ਤਰ੍ਹਾਂ ਬਰਬਾਦ ਹੁੰਦੇ ਨਹੀਂ ਦੇਖ ਸਕਦਾ ਸੀ। ਇਸ ਲਈ ਮਜਬੂਰਨ ਮੈਂ ਆਪਣੀ ਬੇਟੀ ਦਾ ਸੌਦਾ ਕਰ ਦਿੱਤਾ। 60 ਸਾਲ ਦੇ ਬੁੱਢੇ ਨਾਲ ਵਿਆਹ ਵਾਲੇ ਦਿਨ ਮੇਰੀ ਬੇਟੀ ਰੋ ਰਹੀ ਸੀ ਤੇ ਮੈਨੂੰ ਕਹਿ ਰਹੀ ਸੀ ਕਿ ਜੇ ਤੁਸੀਂ ਇਹ ਫੈਸਲਾ ਵਾਪਸ ਨਾ ਲਿਆ ਤਾਂ ਮੈਂ ਆਪਣੇ ਸਹੁਰੇ ਘਰ ਜਾਂਦੇ ਹੀ ਆਪਣੇ ਆਪ ਨੂੰ ਖਤਮ ਕਰ ਲਵਾਂਗੀ। ਮੈਂ ਦੋਨੋਂ ਪਾਸਿਓਂ ਮੁਸੀਬਤ 'ਚ ਫਸ ਚੁੱਕਿਆ ਸੀ। ਜੇ ਵਿਆਹ ਨਾ ਕਰਦਾ ਤਾਂ ਮੇਰੀ ਸਾਰੀ ਜਾਇਦਾਦ ਚਲੀ ਜਾਣੀ ਸੀ ਤੇ ਮੈਂ ਜੇਲ੍ਹ 'ਚ ਬੈਠ ਜਾਣਾ ਸੀ। ਜੇ ਵਿਆਹ ਕਰਦਾ ਸੀ ਤਾਂ ਮੇਰੀ ਬੇਟੀ ਮੇਰੇ ਤੋਂ ਦੂਰ ਹੋ ਜਾਣੀ ਸੀ। ਮੇਰੇ ਕੋਲ ਕੋਈ ਰਾਸਤਾ ਨਹੀਂ ਸੀ। ਉਦੋਂ ਹੀ ਮੈਨੂੰ ਤੇਰੀ ਬੇਟੀ ਦਿਖੀ। ਉਹ ਤਾਂ ਮੇਰੀ ਬੇਟੀ ਨਾਲੋਂ ਵੀ ਕਿਤੇ ਸੋਹਣੀ ਸੀ ਤੇ ਮੈਂ ਤੇਰੀ ਬੇਟੀ ਦਾ ਹੱਥ ਮੰਗ ਲਿਆ ਤੇ ਤੂੰ ਉਮਰ ਦੇ ਫਰਕ ਨੂੰ ਭੁੱਲ ਕੇ ਪੈਸੇ ਲਈ ਰਾਜੀ ਹੋ ਗਈ ਤੇ ਮੈਂ ਤੇਰੀ ਬੇਟੀ ਦਾ ਵਿਆਹ ਆਪਣੇ ਬੁੱਢੇ ਦੋਸਤ ਨਾਲ ਕਰਵਾ ਦਿੱਤਾ। ਉਸ ਨੂੰ ਵੀ ਤੇਰੀ ਬੇਟੀ ਪਸੰਦ ਆ ਗਈ ਸੀ। ਹੁਣ ਮੈਂ ਤੇਰੀ ਬੇਟੀ ਦਾ ਪਤਾ ਟਿਕਾਣਾ ਤਾਂ ਨਹੀਂ ਦੱਸ ਸਕਦਾ, ਪਰ ਤੈਨੂੰ ਪੈਸੇ ਜ਼ਰੂਰ ਦੇ ਸਕਦਾ, ਜਿਸ ਪੈਸੇ ਨੇ ਤੈਨੂੰ ਇਸ ਕੰਮ ਦੇ ਲਈ ਮਜਬੂਰ ਕੀਤਾ ਸੀ। ਮਾਲਕ ਨੇ ਮੇਰੇ ਸਾਹਮਣੇ 50 ਲੱਖ ਰੁਪਏ ਦਾ ਬੈਗ ਮੇਰੇ ਹੱਥ ਵਿੱਚ ਫੜਾ ਦਿੱਤਾ ਤੇ ਕਿਹਾ, ਇਹ ਤੇਰੀ ਬੇਟੀ ਦੀ ਕੀਮਤ। ਮੈਂ ਕੰਬਦੇ ਹੱਥਾਂ ਨਾਲ ਉਹ ਬੈਗ ਫੜ ਲਿਆ ਸੀ। ਮੈਂ ਇਹਨਾਂ ਵੱਡੇ ਲੋਕਾਂ ਦੇ ਸਾਹਮਣੇ ਲੜ ਨਹੀਂ ਸਕਦੀ ਸੀ ਕਿਉਂਕਿ ਮੈਂ ਮਜਬੂਰ ਸੀ। ਮੈਂ ਉਹ ਪੈਸੇ ਲੈ ਕੇ ਘਰ ਆ ਗਈ। ਮੇਰੀਆਂ ਬੇਟੀਆਂ ਕਹਿਣ ਲੱਗੀਆਂ, ਮੰਮੀ ਇੰਨੇ ਪੈਸੇ ਕਿੱਥੋਂ ਲੈ ਆਈ? ਮੈਂ ਉਹਨਾਂ ਨੂੰ ਕਿਹਾ ਕਿ ਇਹ ਤੁਹਾਡੇ ਲਈ ਰਾਧਿਆਂ ਨੇ ਭੇਜੇ ਹਨ। ਮੇਰਾ ਪਤੀ ਕਹਿਣ ਲੱਗਿਆ, ਸੱਚ ਦੱਸ ਕੀ ਹੋਇਆ? ਤਾਂ ਮੈਂ ਰੋਂਦੇ ਹੋਏ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਮੇਰਾ ਪਤੀ ਮੱਥਾ ਫੜ ਕੇ ਬੈਠ ਗਿਆ ਤੇ ਬੋਲਿਆ ਕਿ ਤੂੰ ਮੇਰੀ ਬੇਟੀ ਦੇ ਨਾਲ ਬਹੁਤ ਵੱਡਾ ਜ਼ੁਲਮ ਕੀਤਾ। ਨਾ ਜਾਣੇ ਉਹ ਹੁਣ ਕਿੱਥੇ ਕਿੱਥੇ ਜਲੀਲ ਹੋਵੇਗੀ। ਮੇਰਾ ਪਤੀ ਬੋਲਿਆ, ਤੇਰੇ ਮਾਲਕ ਨੇ ਜਿਸ ਆਦਮੀ ਦੇ ਨਾਲ ਮੇਰੀ ਬੇਟੀ ਦਾ ਵਿਆਹ ਕੀਤਾ, ਉਹ ਆਪਣੀ ਹੋਰ ਬਿਜ਼ਨਸ ਡੀਲ ਦੇ ਲਈ ਉਸ ਨੂੰ ਅੱਗੇ ਭੇਜ ਦੇਵੇਗਾ। ਹੁਣ ਉਸ ਦੀ ਜ਼ਿੰਦਗੀ ਵਿੱਚ ਸਾਰੀ ਉਮਰ ਲਈ ਰੋਣਾ ਹੀ ਲਿਖਿਆ, ਕਿਉਂਕਿ ਹੁਣ ਤਾਂ ਮੈਂ ਵੀ ਨਹੀਂ ਇਸ ਵਿੱਚ ਕੁਝ ਕਰ ਸਕਦਾ। ਵੱਡੇ ਲੋਕਾਂ ਨਾਲ ਮੱਥਾ ਕਿਵੇਂ ਲਾਵਾਂ? ਅੱਜ ਇਸ ਹਾਦਸੇ ਨੂੰ ਪੂਰੇ 2 ਸਾਲ ਬੀਤ ਗਏ ਹਨ। 50 ਲੱਖ ਨਾਲ ਸਾਡੀ ਜ਼ਿੰਦਗੀ ਤਾਂ ਬਦਲ ਗਈ। ਮੇਰੀਆਂ ਬੇਟੀਆਂ ਬਹੁਤ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੀਆਂ,
ਪਰ ਮੈਨੂੰ ਇਹ ਐਸ਼ੋ-ਆਰਾਮ ਚੁੱਭਦਾ। ਮੈਨੂੰ ਖੁਦ ਨੂੰ ਮਾਂ ਕਹਿੰਦੇ ਹੋਏ ਸ਼ਰਮ ਆਉਂਦੀ ਆ। ਇੱਕ ਅਜਿਹੀ ਮਾਂ ਜਿਸ ਨੇ ਆਪਣੀ ਬੇਟੀ ਦਾ ਸੌਦਾ ਕਰ ਦਿੱਤਾ ਸੀ। ਅੱਜ ਮੈਨੂੰ ਸਮਝ ਆਉਂਦਾ ਸੀ ਕਿ ਮੇਰੀ ਮਾਂ ਨੇ ਮੇਰਾ ਵਿਆਹ ਇੱਕ ਅਮੀਰ ਆਦਮੀ ਦੇ ਨਾਲ ਕਰਨ ਦੀ ਬਜਾਏ ਇੱਕ ਗਰੀਬ ਆਦਮੀ ਦੇ ਨਾਲ ਕਿਉਂ ਕੀਤਾ, ਕਿਉਂਕਿ ਉਹ ਮੈਨੂੰ ਇੱਜ਼ਤ ਦੀ ਜ਼ਿੰਦਗੀ ਤਾਂ ਦੇ ਰਿਹਾ ਸੀ। ਮੈਂ ਆਪਣੀਆਂ ਦੂਜੀਆਂ ਬੇਟੀਆਂ ਦਾ ਵਿਆਹ ਆਪਦੇ ਵਰਗੇ ਲੋਕਾਂ ਨਾਲ ਹੀ ਕਰਨ ਬਾਰੇ ਸੋਚ ਰਹੀ ਹਾਂ। ਕਦੇ-ਕਦੇ ਇਰਾਦਿਆਂ ਦੀ ਯਾਦ ਆਉਂਦੀ ਆ ਤਾਂ ਦਿਲ ਖੂਨ ਦੇ ਹੰਝੂ ਰੋਂਦਾ। ਪਤਾ ਨਹੀਂ ਮੇਰੀ ਫੁੱਲਾਂ ਵਰਗੀ ਨਾਜ਼ੁਕ ਬੱਚੀ ਕਿਹੜੇ ਦਰਿੰਦਿਆਂ ਦੇ ਕੋਲ ਫਸੀ ਹੋਵੇਗੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।